कदे ओ दिन ना आवे कि हदों वध गरूर हो जावे। बस इन्ने नीवे हो के रहिए कि हर दिल दुआ देण लई मजबूर हो जावे। सो इन्हां सत्तरां दे नाल टशन यारां दा प्रोग्राम देख रहे ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਗੁਰਵੀਰ ਸਿੰਘ ਗਰੇਵਾਲ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਇੱਕ ਐਸੀ ਸ਼ਖਸੀਅਤ ਦੇ ਨਾਲ ਜੋ ਕਿ 1976 ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਜਿਨ੍ਹਾਂ ਦੀ ਹੁਣ ਮੈਂ ਸਮਝਦਾ ਕਿ ਇੰਟਰੋਡਕਸ਼ਨ ਕਰਾਉਣ ਦੀ ਮੈਨੂੰ ਜ਼ਰੂਰਤ ਨਹੀਂ, ਤੁਸੀਂ ਦੇਖ ਕੇ ਸਮਝ ਜਾਣਾ ਕਿ ਸਾਡੇ ਨਾਲ ਨੇ ਸੁਖਮਿੰਦਰ ਸਿੰਘ ਹੰਸਰਾ ਜੀ, ਜੋ ਕਿ ਸਾਡੇ ਪ੍ਰੋਗਰਾਮ ਟਸ਼ਨ ਯਾਰਾਂ ਦੇ ਵਿੱਚ ਅੱਜ ਸਪੈਸ਼ਲ ਤੌਰ ਤੇ ਆਏ ਹੋਏ ਨੇ। ਸੋ ਹੰਸਰਾ ਸਾਹਿਬ, ਤੁਹਾਡਾ ਬਹੁਤ ਹੀ ਨਿੱਘਾ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਜੀ, ਕਿਉਂਕਿ ਪ੍ਰੋਗਰਾਮ ਹਾਲੇ 9ਵੀਂ 10ਵੀਂ ਕਿਸ਼ਤ ਆ ਤੇ ਸਾਡੇ ਕੋਲੇ ਐਸੀਆਂ ਸ਼ਖਸੀਅਤਾਂ ਜਿਹੜੀਆਂ ਉਹ ਸਾਡਾ ਮਾਣ ਵਧਾ ਰਹੀਆਂ ਨੇ ਕਿ ਪ੍ਰੋਗਰਾਮ ਮੈਨੂੰ ਲੱਗ ਰਿਹਾ ਕਿ ਤੁਸੀਂ ਪਸੰਦ ਕਰ ਰਹੇ ਹੋ। ਤਾਂ ਹੀ ਸਾਡੇ ਨਾਲ ਅੱਜ ਹੰਸਰਾ ਸਾਹਿਬ ਨੇ ਜੋ ਕਿ ਸਾਨੂੰ ਅੱਜ ਬਰੈਂਪਟਨ ਦੇ ਬਾਰੇ ਕੁਝ ਦੱਸਣਗੇ। ਵਾਹ, ਪਹਿਲੀ ਤਾਂ ਗੱਲ ਆ ਜੀ, ਟਸ਼ਨ ਪੰਜਾਬ ਦੀ ਇਹਦਾ ਜਿਹੜਾ ਨਾਂ ਹੈਗਾ ਨਾ, ਇਹ ਸਾਰਿਆਂ ਨੂੰ ਪਹਿਲਾਂ ਟੈਨਸ਼ਨ ਜਿਹਾ ਕਰ ਦਿੰਦਾ ਵੀ ਪ੍ਰੋਗਰਾਮ ਦਾ ਨਾਂ। ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਮੁੰਡੇ ਅੱਜ ਕੱਲ੍ਹ ਟੈਲੀਵਿਜ਼ਨ ਦੇ ਉੱਤੇ ਐਂਕਰਿੰਗ ਕਰ ਰਹੇ ਨੇ, ਖਾਸ ਤੁਸੀਂ ਗਰੇਵਾਲ ਸਾਹਿਬ, ਮੈਨੂੰ ਇਹ ਲੱਗਦਾ ਕਿ ਤੁਸੀਂ ਲੋਕਾਂ ਦੇ ਜਾਂ ਦਰਸ਼ਕਾਂ ਦੇ ਬੜੇ ਨੇੜੇ ਜਿਹੇ ਹੋ ਕੇ ਗੱਲਬਾਤ ਕਰਦੇ ਹੋ। ਜਿਹੜੀ ਰਿਐਲਿਟੀ ਜੀ ਹੈਗੀ ਆ, ਤੁਸੀਂ ਕੋਈ ਮੇਡ ਅਪ ਗੱਲ ਨਹੀਂ ਕਰਦੇ, ਕੋਈ ਉਹੋ ਜੀ ਗੱਲ ਕਰੀਏ ਬਣਾ ਸੁਣਾ ਕੇ ਵੀ ਬੜੀ ਵਧੀਆ ਹੋਵੇ, ਔਰ ਬੜਾ ਨੈਚੁਰਲ ਜੇ ਮਾਹੌਲ ਦੇ ਵਿੱਚ ਤੁਸੀਂ ਗੱਲ ਕਰਦੇ ਹੋ। ਤੇ ਤੁਸੀਂ ਗੱਲ ਬਰੈਂਪਟਨ ਦੀ ਕੀਤੀ ਆ। ਆਬਵੀਅਸਲੀ ਬਰੈਂਪਟਨ ਦਾ ਤਾਂ ਬੜਾ ਹੀ ਰਿਚ ਇਤਿਹਾਸ ਆ, ਬੜਾ ਹੀ ਜਿੰਨੀਆਂ ਗੱਲਾਂ ਤੁਸੀਂ ਬਰੈਂਪਟਨ ਕਰ ਸਕੋ। ਜਦੋਂ ਕਿਤੇ ਅਸੀਂ ਬਰੈਂਪਟਨ ਦੇ ਵਿੱਚ ਆਏ ਸੀਗੇ, ਜਦੋਂ ਮੈਂ ਕੈਨੇਡਾ ਆਇਆ ਸੀਗਾ ਗਰੇਵਾਲ ਸਾਹਿਬ 1976 ਦੇ ਵਿੱਚ, ਹਲੇ ਦਾੜੀ ਮੇਰੇ ਖਿਆਲ 'ਚ ਕੈਨੇਡਾ ਆ ਕੇ ਹੀ ਆਈ ਸੀ, ਮੇਰੇ 14.5 ਸਾਲ ਦੀ ਮੇਰੀ ਉਮਰ ਸੀਗੀ। ਤੇ ਉਦੋਂ ਬਰੈਂਪਟਨ ਇੱਦਾਂ ਲੱਗਦਾ ਹੁੰਦਾ ਵੀ ਖੇਤਾਂ ਜਿਹਾਂ ਦੇ ਵਿੱਚ ਕੋਈ ਦੂਰ ਸਾਰੇ ਪਿੰਡ ਆ ਨਾ, ਬਈ ਉਹਨੂੰ ਬਰੈਂਪਟਨ ਕਹਿੰਦੇ ਨੇ। ਤੇ ਕਿਤੇ ਕਿਤੇ ਫਾਰਮ ਦੇ ਵਿੱਚ ਛੱਲੀਆਂ ਲੈਣ ਜਾਣਾ ਹੁੰਦਾ ਸੀ ਤਾਂ ਫਿਰ ਅਸੀਂ ਬਰੈਂਪਟਨ ਜਾਂਦੇ ਹੁੰਦੇ ਸੀਗੇ। ਪਰ ਹੁਣ ਤਾਂ ਬਰੈਂਪਟਨ ਦੇ ਵਿੱਚ ਸ਼ਹਿਮਰਾਂ ਲੱਗੀਆਂ, ਲੁਧਿਆਣੇ ਦੇ ਚੌੜੇ ਬਾਜ਼ਾਰ ਵਰਗਾ ਬਣਿਆ ਹੋਇਆ ਜੀ। ਸੋ 1976 ਦੇ ਵਿੱਚ ਜਦੋਂ ਉਦੋਂ ਬਰੈਂਪਟਨ ਦਾ ਜਿਵੇਂ ਕਿਹੜਾ ਪਾਰਟ ਬਣਿਆ ਹੋਇਆ ਸੀ, ਕਿੱਥੇ ਤੱਕ ਸੀਗਾ ਬਰੈਂਪਟਨ? ਹੁਣ ਜਿਵੇਂ ਇੱਥੋਂ ਕਹਿ ਲਓ ਆਪਣੇ ਡਿਕਸੀ ਤੱਕ ਸੀਗਾ ਜਾਂ ਕਿੱਥੇ ਤੱਕ ਸੀ? ਉਦੋਂ ਤਾਂ ਜੀ ਮਾਲਟਨ ਵੀ ਨਿੱਕਾ ਜਿਹਾ ਹੁੰਦਾ ਸੀਗਾ, ਮਾਲਟਨ ਵੀ ਨਿੱਕਾ ਜਿਹਾ ਹੁੰਦਾ ਸੀ। ਖਾਸ ਕਰਕੇ ਜੇ ਹੁਣ ਡੇਅਰੀ ਤੇ ਏਅਰਪੋਰਟ ਦਾ ਰੋਡ ਦਾ ਜਿਹੜਾ ਕਾਰਨਰ ਆ ਕਿੰਨਾ ਡਿਵੈਲਪ ਹੋ ਚੁੱਕਾ। ਪਹਿਲਾਂ ਇੱਥੇ ਕਾਰਨਰ ਦੇ ਉੱਤੇ ਇੱਕ ਛਿੱਡ ਜਿਹਾ ਲੱਗਿਆ ਹੁੰਦਾ ਸੀ ਤੇ ਉੱਥੇ ਸਬਜ਼ੀਆਂ ਮਿਲਦੀਆਂ ਹੁੰਦੀਆਂ ਸੀ ਤੇ ਕੱਚੀ ਸੜਕ ਹੁੰਦੀ ਸੀ, ਜਿਵੇਂ ਆਪਣੇ ਪਿੰਡਾਂ 'ਚ ਹੁੰਦੇ ਆ ਟੋਟੇ, ਨਹੀਂ ਜਿਹਨੂੰ ਆਪਾਂ ਕਹਿੰਦੇ ਨੇ ਪਿੰਡਾਂ ਦੇ, ਇੱਦਾਂ ਦਾ ਟੋਟਾ ਸੀਗਾ ਇਹ ਡੇਅਰੀ ਰੋਡ। ਤੇ ਅਸੀਂ ਕਈ ਵਾਰ ਉਹ ਫਿਰ ਡੇਅਰੀ ਰੋਡ ਦੇ ਸਾਈਡ ਤੇ ਹੀ ਕੱਚੇ ਜਿਹੇ ਥਾਂ ਦੇ ਵਿੱਚ ਗਾਰੇ ਜਿਹੇ ਦੇ ਵਿੱਚ ਗੱਡੀ ਖੜਾ ਕੇ ਇੱਥੋਂ ਤਾਜ਼ੀਆਂ ਸਬਜ਼ੀਆਂ ਲੈਂਦੇ ਹੁੰਦੇ ਸੀਗੇ। ਸੋ ਬੜਾ ਛੋਟਾ ਸੀ ਬਰੈਂਪਟਨ। ਤਾਂ ਕੁਈਨ ਸਟਰੀਟ ਆ ਜਿਹੜੀ, ਜਿਹਨੂੰ ਹਾਈਵੇ 7 ਕਹਿੰਦੇ ਆ, ਉਹ ਮਤਲਬ ਕਿ ਐਵੇਂ ਹੀ ਹੁੰਦੀ ਸੀ ਜਿਵੇਂ ਖੇਤਾਂ ਜਿਹੇ ਦੇ ਵਿੱਚ ਦੀ ਸੜਕ ਜਾਂਦੀ ਹੁੰਦੀ ਆ। ਜਿਹੜਾ 427 ਆ, ਹੁਣ ਆਪਾਂ ਮਾਲਟਨ ਦੇ ਕੋਲ ਦੀ ਵੇਖਦੇ ਆ, ਇਹਨੂੰ ਇੰਡੀਅਨ ਰੋਡ ਕਹਿੰਦੇ ਹੁੰਦੇ ਸੀ ਤੇ ਇੱਥੇ ਇੰਡੀਅਨ ਲਾਈਨ ਹੁੰਦੀ ਸੀ ਤੇ ਇੱਕ ਛੋਟਾ ਜਿਹਾ ਬ੍ਰਿਜ ਹੁੰਦਾ ਸੀ, ਅਜੇ ਵੀ ਹੈਗਾ ਉਹ ਬ੍ਰਿਜ। ਉਹਦੇ ਪਾਸੇ ਦੋਨੇ ਪਾਸੇ ਕੱਲੀ ਸਿੰਗਲ ਗੱਡੀ ਲੰਘ ਸਕਦੀ ਹੁੰਦੀ ਸੀ ਤੇ ਲਾਈਟਾਂ ਲੱਗੀਆਂ ਸੀ। ਜਦੋਂ ਤੁਹਾਨੂੰ ਗ੍ਰੀਨ ਲਾਈਟ ਆ ਤੁਸੀਂ ਲੰਘ ਜਾਓ, ਜਦੋਂ ਤੁਹਾਨੂੰ ਰੈੱਡ ਆ ਤੇ ਉੱਥੇ ਖੜ੍ਹ ਜਾਓ। ਸੋ ਬੜਾ ਉਹਨੂੰ ਦੇਖ ਕੇ ਅੱਜ ਤੱਕ ਤੁਹਾਨੂੰ ਯਾਦ ਵੀ ਨਹੀਂ ਆਉਂਦਾ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ। ਇੱਥੇ ਤਾਂ ਮਤਲਬ ਕਿ ਉਦੋਂ ਫਾਰਮ ਹੁੰਦੇ ਸੀਗੇ, ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇੱਥੇ ਘਰ ਪੈ ਜਾਣਗੇ ਤੇ ਅਸੀਂ ਇੱਥੇ ਰਿਹਾ ਕਰਾਂਗੇ। ਸੋ ਜਿਹੜਾ ਆਪਣਾ ਡਿਕਸੀ ਗੁਰੂ ਘਰ ਜਾਂ ਏਅਰਪੋਰਟ ਤੇ ਉਦੋਂ ਹੁੰਦਾ ਸੀਗਾ 1976 ਦੇ ਵਿੱਚ ਇੱਥੇ? ਨਹੀਂ ਜੀ, ਬਿਲਕੁਲ ਨਹੀਂ। ਮਾਲਟਨ ਗੁਰਦੁਆਰਾ ਸਾਹਿਬ ਨਹੀਂ ਸੀ ਹੁੰਦਾ ਉਦੋਂ ਤਾਂ ਸਿਰਫ ਪੇਪ ਗੁਰਦੁਆਰਾ ਸਾਹਿਬ ਹੁੰਦਾ ਸੀ। ਫਿਰ ਵੈਸਟਰਨ ਗੁਰਦੁਆਰਾ ਸਾਹਿਬ ਆਏ ਤੇ ਮਾਲਟਨ ਗੁਰਦੁਆਰਾ ਸਾਹਿਬ ਆ ਜਿਹੜਾ, ਇਹ 1984 ਦੇ ਵਿੱਚ ਇਸ ਇਮਾਰਤ ਨੂੰ ਖਰੀਦਿਆ ਗਿਆ ਸਕੂਲ ਵਾਲੀ ਨੂੰ। ਪਹਿਲਾਂ ਇਹਦੇ ਨਾਲ ਜਿਹੜੇ ਸਕੂਲ ਨੇ, ਵਿਕਟਰੀ ਕ੍ਰੈਸੈਂਟ ਦੇ ਉੱਤੇ ਇੱਕ ਛੋਟਾ ਜਿਹਾ ਚਰਚ ਆ, ਪਹਿਲਾਂ ਉੱਥੇ ਸਕੂਲ ਲੱਗਦਾ ਹੁੰਦਾ ਸੀਗਾ। ਅਵਤਾਰ ਸਿੰਘ ਉੱਪਲ ਉਹਦੇ ਸਕੱਤਰ ਹੋਇਆ ਕਰਦੇ ਸੀ, ਮੈਂ ਉੱਥੇ ਢੋਲਕੀ ਵਜਾਉਂਦਾ ਹੁੰਦਾ ਸੀ ਕੀਰਤਨ ਵਾਲਿਆਂ ਨਾਲ। ਸੋ ਬੜਾ 50-60 ਬੰਦੇ ਸੰਗਤ ਦੇ ਹੁੰਦੇ ਸੀ, ਬੜਾ ਯੂਨੀਕ ਜਿਹਾ ਪ੍ਰੋਗਰਾਮ ਹੋਇਆ ਕਰਦਾ ਸੀ। ਫਿਰ ਮਾਰਨਿੰਗ ਸਟਾਰ ਸਕੂਲ ਦੇ ਵਿੱਚ ਲੱਗਣ ਲੱਗ ਗਿਆ। ਉੱਥੋਂ ਫਿਰ ਕੁਛ ਬੰਦਿਆਂ ਨੇ ਜਾ ਕੇ 2.25 ਏਕੜ ਜ਼ਮੀਨ ਆ ਜਿਹੜੀ ਡੇਅਰੀ ਡਿਕਸੀ ਤੇ ਲੈ ਲਈ ਤੇ ਕੁਝ ਬੰਦਿਆਂ ਨੇ ਮਾਲਟਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਖਰੀਦ ਲਈ। ਇਦਾਂ ਫਿਰ ਇਹ ਦੋਨੇ ਗੁਰਦੁਆਰਾ ਸਾਹਿਬ ਐਸਟੈਬਲਿਸ਼ ਹੋਏ। ਠੀਕ ਹੈ। ਪੇਪ ਗੁਰਦੁਆਰਾ ਤੁਸੀਂ ਦੱਸਿਆ ਮੇਰੇ ਖਿਆਲ ਟੋਰਾਂਟੋ ਡਾਊਨਟਾਊਨ ਦੇ ਵਿੱਚ, ਟੋਰਾਂਟੋ ਡਾਊਨ ਪੇਪ ਸਟਰੀਟ ਦੇ ਉੱਤੇ ਆ ਜੀ ਇਹ ਪਹਿਲਾ ਗੁਰਦੁਆਰਾ। ਤੇ ਮੈਨੂੰ ਪਤਾ ਮੈਂ 1976 ਦੇ ਵਿੱਚ ਉੱਥੇ ਵੋਟ ਵੀ ਪਾਈ ਸੀ ਇੱਕ ਵਾਰੀ। $5 ਦੀ ਵੋਟ ਮੈਂਬਰਸ਼ਿਪ ਹੁੰਦੀ ਸੀਗੀ। ਤੇ ਉਹਦਾ ਤਾਂ ਫਿਰ ਇਤਿਹਾਸ ਬਾਅਦ ਦੇ ਵਿੱਚ ਜਿਹੜਾ ਕੇਸ ਚੱਲ ਕੇ ਫਿਰ ਕੋਰਟ ਦੇ ਵਿੱਚ ਗੋਲੀ ਚੱਲੀ, ਉਹ ਸਾਰੇ ਪੇਪ ਗੁਰਦੁਆਰੇ ਦੇ ਨਾਲ ਜੁੜਿਆ ਹੈ, ਲੰਬਾ ਇਤਿਹਾਸ ਆ। ਸੌਰੀ, ਚਲੋ ਉਹ ਆਪਾਂ ਗੱਲ ਬਾਅਦ ਚ ਛੇੜਾਂਗੇ। ਸੋ ਆਓ ਹੁਣ ਸ਼ੁਰੂਆਤ ਕਰੀਏ ਇੱਕ ਪਿਆਰੇ ਜਿਹੇ ਗੀਤ ਤੋਂ, ਫਿਰ ਮੁੜ ਵਾਪਸ ਆਉਂਦੇ ਹਾਂ ਸੁਖਮਿੰਦਰ ਹੰਸਰਾ ਜੀ ਦੇ ਨਾਲ। ਪੀੜ ਤੋਂ ਬਚਾ ਕੇ ਨੈਣੀ ਲੁਕਾ ਕੇ ਪਾਣੀ, ਗੁਜਰੀ ਤੇ ਪੋਤਿਆਂ ਦੀ ਸੁਣਿਓ ਜ਼ਰਾ ਕਹਾਣੀ।
महिमा सारा जहान गाए ए चार साहिबजादे। ਜੀ ਦੋਸਤੋ, ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਗੁਰਵੀਰ ਗਰੇਵਾਲ। ਮੇਰਾ ਸਾਥ ਦੇ ਰਹੇ ਨੇ ਮਨਦੀਪ ਸੰਧੂ ਤੇ ਸਾਡੇ ਨਾਲ ਨੇ ਸੁਖਮਿੰਦਰ ਸਿੰਘ ਹੰਸਰਾ ਜੀ। ਸੋ ਆਓ ਗੱਲਬਾਤ ਕਰੀਏ ਉਹਨਾਂ ਜ਼ਮਾਨਿਆਂ ਦੀ ਜਦੋਂ 1976, ਤੁਸੀਂ ਆਪ ਸੋਚ ਕੇ ਦੇਖੋ ਵੀ 1976 ਦੇ ਵਿੱਚ ਕੈਨੇਡਾ ਕੈਸਾ ਹੁੰਦਾ ਹੋਊਗਾ। ਸੋ ਗੱਲ ਕਰੀਏ ਜੀ ਉਦੋਂ ਕਿਸ ਤਰ੍ਹਾਂ ਦੀਆਂ ਜੌਬਸ ਹੁੰਦੀਆਂ ਸੀਗੀਆਂ। ਟਰੱਕਿੰਗ ਦੇ ਵਿੱਚ ਸਾਡੇ ਕਿੰਨਾ ਕੁ ਇੰਡੀਅਨ ਭਾਈਚਾਰਾ ਸੀਗਾ ਉਦੋਂ 1976 ਦੇ ਵਿੱਚ? ਬਹੁਤ ਥੋੜੇ ਹੁੰਦੇ ਸੀਗੇ ਜੀ। ਆ ਜਿਹੜਾ ਲਫ਼ਜ਼ ਆ ਨਾ, ਅੱਜ ਆਪਾਂ ਸੜਕ ਤੇ ਕੋਈ ਤੁਰਿਆ ਜਾਂਦਾ ਹੋਵੇ ਆਪਣਾ ਭਾਈਚਾਰਾ, ਤਾਂ ਆਪਾਂ ਕਹਿੰਦੇ ਵੀ ਆਪਣਾ ਤੁਰਿਆ ਜਾਂਦਾ। ਇਹ ਆਪਣਾ ਲਫ਼ਜ਼ ਜਿਹੜਾ ਪ੍ਰਚਲਿਤ ਉਹਨਾਂ ਟਾਈਮਾਂ ਦੇ ਉੱਤੇ ਹੋਇਆ ਜਦੋਂ ਬਹੁਤ ਥੋੜੇ ਆਪਣੇ ਹੁੰਦੇ ਸੀਗੇ। ਉਦੋਂ ਜ਼ਿਲ੍ਹਾ ਵੀ ਨਹੀਂ ਸੀ ਪੁੱਛਦੇ। ਅੱਜ ਕੱਲ੍ਹ ਤਾਂ ਲੋਕੀ ਤਹਿਸੀਲ ਤੇ ਪਿੰਡਾਂ ਤੱਕ ਵੀ ਚਲੇ ਗਏ ਆ। ਉਦੋਂ ਤਾਂ ਇਹ ਪੁੱਛਦੇ ਵੀ ਤੁਸੀਂ ਪੰਜਾਬ ਤੋਂ ਆਏ ਹੋ, ਇੰਡੀਆ ਤੋਂ ਆਏ ਹੋ ਜਾਂ ਉਸ ਖੇਤਰ ਚੋਂ ਆਏ ਹੋ, ਉਹਨੂੰ ਤੁਸੀਂ ਆਪਣਾ ਬਣਾ ਲੈਂਦੇ ਸੀ। ਥੋੜੇ ਸੀਗੇ। ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਸੀ। ਅੱਛਾ ਜੀ। ਸਭ ਤੋਂ ਪਹਿਲਾਂ ਇਟਾਲੀਅਨਸ ਕਾਫੀ ਡਿਸਕ੍ਰਿਮੀਨੇਸ਼ਨ ਦੇ ਵਿੱਚੋਂ ਦੀ ਗੁਜ਼ਰੇ ਸੀਗੇ। ਫਿਰ ਇੱਕ ਦੌਰ ਆਇਆ ਜਦੋਂ ਜੇ ਆਪਣਾ ਇਕੱਲਾ ਮੁੰਡਾ ਤੁਰਿਆ ਫਿਰਦਾ ਤਾਂ ਉਹਦੇ ਤੇ ਹਮਲਾ ਹੋ ਜਾਂਦਾ ਸੀ। ਤੇ ਫਿਰ ਇਸ ਕਰਕੇ 4-5-10 ਮੁੰਡਿਆਂ ਦਾ ਜਿਹੜਾ ਟੋਲਾ ਸੀ ਉਹ ਅਸੀਂ ਬਾਹਰ ਹਮੇਸ਼ਾ ਨਿਕਲਦੇ ਹੁੰਦੇ ਸੀਗੇ। ਸੋ ਬੜਾ ਅਜੀਬ ਜਿਹਾ ਸੀਗਾ। ਪਰ ਉੱਦਾਂ ਓਵਰਆਲ ਕੰਟਰੀ ਜਿਹੜੀ ਸੀਗੀ ਉਹ ਬਹੁਤ ਹੀ ਵਧੀਆ ਸੀ ਉਦੋਂ। ਅੱਜ ਨਾਲੋਂ ਕਸ਼ਮਕਸ਼ ਭੱਜ ਦੌੜ ਘੱਟ ਸੀਗੀ। ਨੌਕਰੀਆਂ ਦਾ ਤਾਂ ਮਾਹੌਲ ਅੱਜ ਵਰਗਾ ਹੀ ਰਿਹਾ। ਜੇ ਉਦੋਂ ਬਹੁਤ ਘੱਟ ਉਜਰਤ ਮਿਲਦੀ ਸੀ, ਰੇਟ ਬੜਾ ਥੋੜਾ ਸੀ। ਤਾਂ ਉਦੋਂ ਯਾਦ ਤੁਹਾਨੂੰ ਕਿੰਨਾ ਕੁ ਮਿਲਦਾ ਸੀ ਉਦੋਂ? ਮੈਂ ਜੀ $2 ਤੇ 65 ਸੈਂਟ ਦੇ ਉੱਤੇ ਪਹਿਲੀ ਜੌਬ ਸ਼ੁਰੂ ਕੀਤੀ ਸੀਗੀ। ਮੈਨੂੰ ਲੱਗਦਾ ਅੱਜ ਟਿਕਟ ਵੀ ਨਹੀਂ ਬੱਸਦੀ ਆਉਂਦੀ। ਤੇ ਪਰ ਇਹ ਵੀ ਤੁਸੀਂ ਕਹਿ ਲਓ ਵੀ ਉਦੋਂ 99 ਸੈਂਟ ਦਾ ਦੁੱਧ ਦਾ ਬੈਗ ਹੁੰਦਾ ਸੀ। ਜਾਣੀ $10-15 ਦੀ ਗਰੋਸਰੀ ਤੁਸੀਂ ਲਿਆ ਕੇ ਬੰਦਾ ਇਕੱਲਾ ਚੱਕ ਕੇ ਘਰ ਨੂੰ ਲਿਆ ਨਹੀਂ ਸੀ ਸਕਦਾ, ਹੈ ਜੀ। ਤੇ ਬਹੁਤ ਜ਼ਿਆਦਾ ਹੀ ਮੈਨੂੰ ਯਾਦ ਆ, ਮੇਰੇ ਖਿਆਲ ਦੇ ਵਿੱਚ 29 ਸੈਂਟ ਦਾ ਗੈਲਨ ਗੈਸ ਹੁੰਦੀ ਸੀਗੀ ਉਦੋਂ। ਗੈਲਨ ਗੈਸ ਹੁੰਦੀ ਉਦੋਂ, ਗੈਲਨ ਹੁੰਦੇ ਸੀ ਇੱਥੇ 3.5 ਲੀਟਰ ਗੈਲਨ ਦੇ 3.5-4 ਦੇ ਕਰੀਬ ਹੋ ਜਾਂਦਾ ਹੈ। ਸੋ ਦੋਜ਼ ਵਾਰ ਜਿੱਦਾਂ ਅੰਗਰੇਜ਼ੀ 'ਚ ਕਹਿੰਦਾ ਦੋ ਗੁੱਡ ਓਲਡ ਡੇਜ਼। ਪਰ ਨਾ ਨੈਸੈਸਰਲੀ ਵੀ ਹੁਣ ਕੁਝ ਮਾੜੇ ਆ, ਪਰ ਹੁਣ ਜ਼ਿੰਦਗੀ ਤੇਜ਼ ਹੋ ਗਈ ਆ। ਹੁਣ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਮੈਨੇਜ ਕਰਨ ਦੇ ਲਈ ਥੋੜੀ ਤਕਲੀਫ ਉਠਾਉਣੀ ਪੈਂਦੀ ਆ। ਯੂ ਮਸਟ ਮੈਨੇਜ ਯੋਰਸੈਲਫ, ਅਦਰਵਾਈਜ਼ ਜਿਹੜੀ ਜ਼ਿੰਦਗੀ ਆ ਉਹ ਦੁੱਭਰ ਹੋ ਸਕਦੀ ਆ। ਉਹਨਾਂ ਟਾਈਮਾਂ ਤੇ ਅਸੀਂ ਜੋ ਰਿਲੈਕਸ ਸੀਗੇ, ਬੰਦੇ 8 ਘੰਟੇ ਕੰਮ ਕਰਦੇ ਸੀ, ਮੁੜ ਕੇ ਫਿਰ ਤੁਹਾਡੇ ਕੋਲੇ ਰੋਜ਼ ਹੀ 6-7-8 ਘੰਟੇ ਸੋਸ਼ਲਾਈਜ਼ ਕਰਨ ਨੂੰ ਹੁੰਦੇ ਸੀ। ਤੇ ਸੋਸ਼ਲਾਈਜ਼ ਉਦੋਂ ਕੀ ਹੁੰਦਾ ਸੀ, ਯਾਰ ਦੋਸਤ ਇਕੱਠੇ ਹੋ ਜਾਣੇ ਇੱਕ ਅਪਾਰਟਮੈਂਟ ਦੇ ਵਿੱਚ। ਘਰ ਬਹੁਤ ਥੋੜੇ ਸੀ ਲੋਕਾਂ ਕੋਲ, ਸਾਰੇ ਅਪਾਰਟਮੈਂਟ 'ਚ ਰਹਿੰਦੇ ਹੁੰਦੇ ਸੀ। ਤੁਸੀਂ 41 ਗਾਰਫਲਾ ਡਰਾਈਵ ਜਿਹੜੀ ਇੱਥੇ ਨੇੜੇ ਹੀ ਆ ਸੁਰਸਾਗਰ ਦੇ ਸਟੂਡੀਓ ਦੇ, ਅਸੀਂ ਇੱਕ ਵਾਰੀ ਜਿੰਨੇ ਸਾਡੇ ਰਿਸ਼ਤੇਦਾਰ ਜੀ, ਜਿੰਨੇ ਸਾਡੇ ਯਾਰ ਦੋਸਤ, ਸਾਰੇ ਦੇ ਸਾਰੇ 41 ਗਾਰਫਲਾ 'ਚ ਰਹਿੰਦੇ ਹੁੰਦੇ ਸੀ। ਅੱਛਾ ਜੀ। ਸੋ ਕਿਸੇ ਨੇ ਪਾਰਟੀ ਕਰਨੀ, ਵਿਆਹ ਹੋਣਾ, ਤਾਂ ਕਿਸੇ ਨੂੰ ਮਤਲਬ ਗੱਡੀ 'ਚ ਬਹਿਣ ਦੀ ਲੋੜ ਨਹੀਂ ਸੀ, ਸਿਰਫ ਐਲੀਵੇਟਰ 'ਚ ਬਹਿ ਕੇ ਇੱਕ ਦੂਜੇ ਦੇ ਘਰੇ ਚਲੇ ਜਾਣਾ। ਇਟ ਵਾਸ ਸੱਚ ਨਾਈਸ। ਕੋਈ ਉਹ ਤੁਹਾਨੂੰ ਇਦਾਂ ਲੱਗਦਾ ਸੀ ਵੀ ਸਾਡਾ ਇੱਕ ਪਿੰਡ ਜਿਹਾ ਵਸਿਆ ਹੁੰਦਾ। ਤੇ ਉੱਥੋਂ ਫਿਰ ਆਬਵੀਅਸਲੀ ਸਾਰਿਆਂ ਨੇ ਤਰੱਕੀ ਕੀਤੀ, ਸਾਰੇ ਉੱਥੋਂ ਖਿਲਰ ਪੁਲਰ ਗਏ। ਅੱਜ ਸਾਰੇ ਅੰਟਾਰੀਓ ਦੇ ਵਿੱਚ ਉਹ ਇੱਕ ਵੱਡੇ ਪਰਿਵਾਰ ਦੇ ਤੌਰ ਤੇ ਖਿਲਰੇ ਹੋਇਆ। ਕਿਉਂਕਿ ਜਿੱਥੇ ਤੱਕ ਮੈਂ ਵੀ ਸੁਣਦਾ ਰਹਿੰਦਾ ਗੱਲਾਂ ਬਾਤਾਂ ਕਿ ਉਦੋਂ ਡਾਊਨਟਾਊਨ ਗੁਰਦੁਆਰਾ ਹੁੰਦਾ ਸੀ, ਇੱਕ ਗਰੋਸਰੀ ਸਟੋਰ ਹੁੰਦਾ ਸੀ। ਲੋਕ ਇੱਥੋਂ ਮਹੀਨੇ 'ਚ ਇੱਕ ਵਾਰੀ ਉੱਥੇ ਜਾਂਦੇ ਸੀਗੇ ਜਾਂ ਗੱਲਾਂ ਕਰਦੇ ਨੇ ਵੀ ਸਾਰਿਆਂ 'ਚ ਬੜਾ ਪਿਆਰ ਹੁੰਦਾ ਸੀਗਾ। ਹਾਂਜੀ ਗਰੇਵਾਲ ਸਾਹਿਬ, ਹਰ ਫਰਾਈਡੇ ਨੂੰ ਅੱਛਾ ਜੀ ਸਾਡੀ ਇੱਕ ਆਊਟਿੰਗ ਹੁੰਦੀ ਸੀਗੀ ਜੀ। ਗਾਰਫਲਾ ਤੋਂ, ਰੈਕਸਡੇਲ ਚੋਂ ਅਸੀਂ ਡੰਡਾਸ ਤੇ ਲੈਂਸਡਾਊਨ ਤੇ ਨੌਬ ਹਿਲ ਫਾਰਮ ਹੁੰਦਾ ਸੀ। ਉੱਥੇ ਅਸੀਂ ਸਾਰਾ ਪਰਿਵਾਰ ਵੱਡੀ ਗੱਡੀ ਵਿੱਚ ਬੈਠ ਕੇ, ਇੰਪਾਲਾ ਬ੍ਰਦਰ ਕੋਲੇ ਗੱਡੀ ਹੁੰਦੀ ਸੀ, ਉਹਦੇ ਵਿੱਚ ਬਹਿ ਕੇ ਆਊਟਿੰਗ ਕਰਨ ਜਾਂਦੇ ਹੋਏ ਸੀ ਵੀ ਗਰੋਸਰੀ ਲੈਣ ਚੱਲੇ ਆ ਸੀ। ਸੋ ਐਵਰੀ ਫਰਾਈਡੇ ਆਫਟਰ ਵਰਕ ਆ ਵਾਸ ਅ ਗਰੋਸਰੀ ਡੇ ਸਾਡੇ ਲਈ। ਤੇ ਜਾਣਾ ਉੱਥੇ ਹਮੇਸ਼ਾ। ਤੇ ਜੇ ਛੋਲੇ ਭਟੂਰੇ ਖਾਣ ਨੂੰ ਜੀ ਕਰਨਾ ਤਾਂ ਫਿਰ ਰੈਕਸਡੇਲ ਤੋਂ ਸਿੱਧਾ ਜਰਾੜ ਤੇ ਜਾਣਾ ਪੈਂਦਾ ਸੀ, ਹੋਰ ਕਿਤੇ ਹੈ ਨਹੀਂ ਸੀ। ਤੇ ਉਦੋਂ ਇੰਡੀਅਨ ਸਟੋਰ ਆਪਣੇ ਕਿੰਨੇ ਹੁੰਦੇ ਸੀ ਉਸ ਟਾਈਮ? ਇੱਥੇ ਕੁਝ ਵੀ ਨਹੀਂ ਸੀ ਜੀ ਉਦੋਂ। ਮੇਰੇ ਖਿਆਲ 'ਚ ਇੱਕ ਸ਼ਾਇਦ ਸਟੋਰ ਉਦੋਂ ਮਾਲਟਨ 'ਚ ਹੁੰਦਾ ਸੀਗਾ, ਜਿਹੜਾ ਮਾਲਟਨ ਗਰੋਸਰੀ ਅੱਜ ਵੀ ਉਹਨਾਂ ਨੇ ਸਿੰਘ ਫੂਡ ਦੇ ਨਾਂ ਦੇ ਉੱਤੇ ਮਸ਼ਹੂਰ ਨੇ। ਤੇ ਉਸ ਤੋਂ ਬਾਅਦ ਇੰਡੀਆ ਬਾਜ਼ਾਰ ਗਰੋਸਰੀ ਸਟੋਰ ਹੁੰਦਾ ਸੀ ਲਿੰਕਟਨ ਤੇ ਐਲਬੀਅਨ ਤੇ, ਜਿਹੜਾ ਚੌੜਾ ਬਾਜ਼ਾਰ ਦੇ ਨਾਂ ਨਾਲ ਪ੍ਰਚਲਿਤ ਆ। ਪਹਿਲਾਂ ਉਹ ਸਾਡੇ ਗੁਜਰਾਤੀ ਵੀਰਾਂ ਦਾ ਹੁੰਦਾ ਸੀ, ਉਦੋਂ ਤੋਂ ਹੁਣ ਆਪਣੇ ਪੰਜਾਬੀ ਭਰਾਵਾਂ ਨੇ ਲਿਆ ਹੋਇਆ। ਸੋ ਇਸ ਤੋਂ ਇਲਾਵਾ ਹੋਰ ਬਹੁਤ ਥੋੜਾ ਹੀ ਹੁੰਦਾ ਸੀ, ਕੋਈ ਖਾਸ ਨਹੀਂ ਸੀ ਹੁੰਦਾ। ਠੀਕ ਹੈ ਜੀ। ਸੋ ਜਿਵੇਂ ਕਹਿ ਲਓ ਬਹੁਤ ਹੀ ਘੱਟ ਸੋਰਸ ਹੁੰਦੇ ਸੀਗੇ ਉਦੋਂ ਗਰੋਸਰੀ ਦੇ। ਆਪਣੇ ਟਰੱਕਿੰਗ ਦੇ ਵਿੱਚ ਉਦੋਂ ਸਾਡੇ ਭਾਈਚਾਰਾ ਉਦੋਂ ਵੀ ਇੰਨਾ ਹੀ ਸੀਗਾ ਜਾਂ ਉਦੋਂ ਕੁਝ ਘੱਟ ਲੋਕ ਸੀਗੇ ਟਰੱਕਿੰਗ ਦੇ ਵਿੱਚ? ਇਸ ਮੈਟਰ ਫੈਕਟ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਵੀ ਉਦੋਂ ਉਹਨਾਂ ਟਾਈਮਾਂ ਦੇ ਉੱਤੇ ਵੀ ਕੋਈ ਟਰੱਕਿੰਗ ਦੇ ਵਿੱਚ ਹੁੰਦਾ ਸੀਗਾ। ਅਸੀਂ ਇਮੈਜਿਨ ਹੀ ਨਹੀਂ ਸੀ ਕਰ ਸਕਦੇ ਵੀ ਇਹ ਜਿਹੜਾ ਐਡਾ ਵੱਡਾ ਪਹਿਲੀ ਗੱਲ ਟਰੱਕ ਆ, ਇਹ ਬੜਾ ਮਹਿੰਗਾ ਬਿਜ਼ਨਸ ਆ, ਵੀ ਸਾਡਾ ਬੰਦਾ ਇਸ ਪ੍ਰੋਫੈਸ਼ਨ ਦੇ ਵਿੱਚ ਕੁਝ ਹੋਊਗਾ। ਪਰ ਇਹ ਤਾਂ ਸਲੋਲੀ ਪਿਛਲੇ 15-20 ਸਾਲਾਂ ਦੇ ਵਿੱਚ ਇੱਕ ਤੂਫਾਨ ਆਇਆ ਕਿ ਅਸੀਂ ਸਾਰੀ ਇੰਡਸਟਰੀ ਆ ਜਿਹੜੀ ਆਪਣੇ ਵੱਸ ਕਰ ਲਈ ਆ। ਸੋ ਹੁਣ ਪੁਆਇੰਟ ਸਿਸਟਮ ਨੇ ਮੇਰੇ ਖਿਆਲ 'ਚ ਬਹੁਤ ਇਮੀਗ੍ਰੇਸ਼ਨ ਜਿਹੜੀ ਕੈਨੇਡਾ ਵਿੱਚ ਲੈ ਕੇ ਆਂਦੀ ਆ।
ਪਾਲ ਇਮੀਗ੍ਰੇਸ਼ਨ ਤੋਂ ਬਿਨਾਂ ਤਾਂ ਕੈਨੇਡਾ ਹੀ ਨਹੀਂ ਸੀ ਸਰਵਾਈਵ ਕਰ ਸਕਦਾ। ਕੈਨੇਡਾ ਦੇ ਚੰਗੇ ਭਾਗ ਨੇ ਕਿ ਇਹਨਾਂ ਨੂੰ ਜਿਹੜੇ ਮਿਹਨਤਕਸ਼ ਲੋਕ ਨੇ ਪੰਜਾਬ ਦੇ ਉਹ ਮਿਲ ਗਏ ਆ ਇੱਥੇ ਆਉਣ ਨੂੰ। ਤੇ ਆਬਵੀਅਸਲੀ ਸਾਨੂੰ ਵੀ ਕੋਈ ਆਊਟਲੈਟ ਚਾਹੀਦੀ ਸੀ ਕਿਉਂਕਿ ਉੱਥੇ ਦਮ ਘੁੱਟ ਰਿਹਾ ਸੀ ਕਈਆਂ ਕਾਰਨਾਂ ਕਰਕੇ। ਸੋ ਸਾਨੂੰ ਇਹ ਇੱਕ ਸੇਫ ਹੇਵਨ ਲੱਭਿਆ ਜਿੱਥੇ ਅਸੀਂ ਆ ਕੇ ਸਾਡਾ ਜਿਹੜਾ ਭਾਈਚਾਰਾ, ਕਿਉਂਕਿ ਮਿਹਨਤਕਸ਼ ਸੀਗੇ, ਦੇਅਰ ਇਜ਼ ਨੋ ਡਾਊਟ। ਉਹ ਜੇ $5 ਜੇਬ ਦੇ ਵਿੱਚ ਹੈਗੇ ਆ, ਉਹ $5 ਦੇ ਵਿੱਚ ਹੀ ਆਪਣਾ ਰਾਂਝਾ ਰਾਜੀ ਕਰ ਸਕਦੇ ਸੀ। ਦੈਟਸ ਹਾਊ ਵੀ ਆਰ। ਅੱਜ ਵੀ ਇਸ ਤਰ੍ਹਾਂ ਹੀ ਆ। ਤੇ ਪਰ ਹਾਰਡ ਵਰਕਿੰਗ ਸੀ। ਜੇ ਫੋਰਮੈਨ ਨੇ ਕਹਤਾ ਵੀ 8 ਘੰਟੇ ਲਾਉਣੇ ਐਕਸਟਰਾ ਤਾਂ 8 ਵੀ ਲੱਗ ਜਾਣੇ ਆ। ਜੇ ਉਹਨੇ ਕਹਤਾ 6 ਦਿਨ ਕੰਮ ਕਰਨਾ ਤੇ 6 ਦਿਨ ਵੀ ਕੋਈ ਪ੍ਰੋਬਲਮ ਨਹੀਂ। ਜੇ 7 ਦਿਨ ਕਹਤਾ ਤਾਂ 7 ਦਿਨ ਵੀ ਕੋਈ ਪ੍ਰੋਬਲਮ ਨਹੀਂ। ਸੋ ਇਹ ਜਿਹੜਾ ਵਰਕਿੰਗ ਸਪਿਰਿਟ ਸੀਗੀ ਉਹ ਇਸ ਕਰਕੇ ਸੀਗੀ ਕਿਉਂਕਿ ਅਸੀਂ ਇੱਥੇ ਸਫਲ ਤੇ ਐਸਟੈਬਲਿਸ਼ ਹੋਣਾ ਚਾਹੁੰਦੇ ਸੀ। ਅਸੀਂ ਵੀ ਵੇਖ ਰਹੇ ਸੀ ਵੀ ਕੁਝ ਜਿਹੜੀਆਂ ਪੁਰਾਣੀਆਂ ਜਨਰੇਸ਼ਨਸ ਇੱਥੇ ਆਈਆਂ ਦੂਸਰੀਆਂ ਕਮਿਊਨਿਟੀਆਂ ਦੀਆਂ ਵੀ ਯਾਰ ਉਹ ਬੰਗਲੋ 'ਚ ਰਹਿੰਦੇ ਆ, ਅਸੀਂ ਸਾਰੇ ਅਪਾਰਟਮੈਂਟਾਂ 'ਚ ਰਹਿੰਦੇ ਆ। ਸਾਨੂੰ ਲੱਗਦਾ ਸੀ ਵੀ ਬੰਗਲੋ ਬਾਏ ਕਰਕੇ ਰਹਿਣਾ ਇੱਕ ਬਹੁਤ ਵੱਡੀ ਪ੍ਰਾਪਤੀ ਆ। ਤੇ ਹੌਲੀ ਹੌਲੀ ਫਿਰ ਜਦੋਂ ਲੋਕ ਇੱਧਰ ਨੂੰ ਹੋਏ ਤਾਂ ਫਿਰ ਸਾਡੇ ਲੋਕਾਂ ਦੇ ਘਰ ਜਿਹੜੇ ਉਹ ਦੂਸਰੇ ਲੋਕਾਂ ਨਾਲੋਂ ਵੀ ਕਿਤੇ ਵੱਡੇ ਵੱਡੇ ਹੋ ਗਏ। ਸੋ ਇਹ ਮਿਹਨਤ ਕਰਨਾ, ਹੋਰ ਦੇਅਰ ਇਜ਼ ਨੋ ਅਦਰ ਗਿਮਿਕ ਟੂ ਇਟ। ਸੋ ਹੋਰ ਗੱਲਾਂ ਬਾਤਾਂ ਕਰਦੇ ਰਵਾਂਗੇ ਜੀ ਹੰਸਰਾਜ ਸਾਹਿਬ ਦੇ ਨਾਲ। ਸੁਣਦੇ ਹਾਂ ਇੱਕ ਹੋਰ ਪਿਆਰਾ ਜਿਹਾ ਗੀਤ। ਛੱਡ ਇੰਡੀਆ ਦੀ ਬਾਦਸ਼ਾਹੀ ਤੂੰ ਹੋ ਫਿਰੇ ਗੋਰੇ ਦੀ ਗੁਲਾਮੀ ਲੋੜਦੀ। ਛੱਡ ਇੰਡੀਆ ਦੀ ਬਾਦਸ਼ਾਹੀ ਤੂੰ ਹੋ ਫਿਰੇ ਗੋਰੇ ਦੀ ਗੁਲਾਮੀ ਲੋੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ। ਸੀ ਤੂੰ ਪੜ੍ਹ ਪੜ੍ਹ ਕੀਤੀ ਆਪਣੀ, ਫਿਰ ਬੈਂਡ ਤੋਂ ਨਾ ਆਏ ਸਤਨੀ। ਸੀ ਤੂੰ ਪੜ੍ਹ ਪੜ੍ਹ ਕੀਤੀ ਆਪਣੀ, ਫਿਰ ਬੈਂਡ ਤੋਂ ਨਾ ਆਏ ਸਤਨੀ। ਵੀਜ਼ਾ ਲੱਗਦਾ ਨਾ ਤੇਰਾ ਬੱਲੀਏ, ਉਹ ਫਿਰ ਟਿਕਟ ਵਾਲੀ ਪੈਸੇ ਜੋੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ। ਤੇਰੇ ਖੁੱਲਦੇ ਨਾ ਲੇਖ ਬੱਲੀਏ, ਕਈ ਚਾਂਸ ਲੈ ਦੇਖ ਬੱਲੀਏ। ਹੋ ਤੇਰੇ ਖੁੱਲਦੇ ਨਾ ਲੇਖ ਬੱਲੀਏ, ਕਈ ਚਾਂਸ ਲੈ ਦੇਖ ਬੱਲੀਏ। ਤੂੰ ਫਿਰ ਪੂਜਦੀ ਜਠੇਰੇ ਬੱਲੀਏ, ਹੋ ਨਾਲੇ ਨਹਿਰਾਂ ਵਿੱਚ ਫੁੱਲ ਰੋੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ। ਇੰਦਾ ਘੁੰਮਿਆ ਕੈਨੇਡਾ ਸਾਲਣੀ, ਸਾਰਾ ਜਾਣਦਾ ਉੱਥੇ ਦਾ ਹਾਲ ਨੀ। ਇੰਦਾ ਘੁੰਮਿਆ ਕੈਨੇਡਾ ਸਾਲਣੀ, ਸਾਰਾ ਜਾਣਦਾ ਉੱਥੇ ਦਾ ਹਾਲ ਨੀ। ਸੀ ਤੇਰੀ ਭੈਣ ਫਾਰਮਾਂ 'ਚ ਟੱਕਰੀ, ਹੋਏ ਉੱਥੇ ਮੇਰੀਆਂ ਦੇ ਫੇਰ ਤੋੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ। ਜਿਹੜੀ ਗੱਡੀ ਤੇ ਕੈਨੇਡਾ ਲਿਖਿਆ, ਹਨੀ ਤੂੰ ਉਹਦੇ ਪਿੱਛੇ ਬੜਾ ਦੌੜਦੀ।
ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ। ਸੋ ਆਪਾਂ ਜਿਵੇਂ ਗੱਲਾਂ ਬਾਤਾਂ ਕੀਤੀਆਂ ਕਿ ਜੌਬਸ ਬਹੁਤ ਫੈਕਟਰੀ ਦੀਆਂ ਜੌਬਸ ਹੁੰਦੀਆਂ ਸੀਗੀਆਂ, ਟਰੱਕਿੰਗ ਦੇ ਵਿੱਚ ਕੋਈ ਬਹੁਤ ਘੱਟ ਲੋਕ ਹੁੰਦੇ ਹੋਣਗੇ, ਜੇ ਹੁੰਦੇ ਵੀ ਹੋਣਗੇ, ਤੇ 99 ਸੈਂਟ ਦੇ ਜਿਹੜਾ ਤੁਸੀਂ ਕਹ ਲਓ $2.5 ਘੰਟੇ ਦੀ ਵੇਜ ਹੁੰਦੀ ਸੀਗੀ, ਅੱਜ ਕੱਲ੍ਹ $11.5 ਪਹੁੰਚ ਚੁੱਕੀ ਆ। ਪਰ ਹੁਣ ਇੱਕ ਹੋਰ ਜਿਹੜੀ ਮੈਂ ਗੱਲ ਮਿਸ ਨਹੀਂ ਕਰ ਸਕਦਾ, ਇੱਕ ਮਨ ਦੇ ਵਿੱਚ ਜਿਵੇਂ ਇੱਕ ਖੁਆਇਸ਼ ਹੁੰਦੀ ਆ ਹਰ ਇੱਕ ਬੰਦੇ ਦੀ, ਜੋ ਕਿ ਜਿਹੜਾ 84 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਪ੍ਰੋਬਲਮ ਚੱਲਦੀ ਸੀਗੀ, ਉਦੋਂ ਇਹਨਾਂ ਮੁਲਕਾਂ ਦੇ ਵਿੱਚ ਕੀ ਮਾਹੌਲ ਹੁੰਦਾ ਸੀਗਾ ਉਦੋਂ? ਮਤਲਬ ਕਿ ਤੁਹਾਨੂੰ ਵੀ ਉੱਥੋਂ ਖਬਰ ਆਉਂਦੀ ਹੋਣੀ ਆ, ਕਦੋਂ ਖਬਰ ਪਹੁੰਚਦੀ ਸੀ, ਜਾਂ ਤੁਸੀਂ ਉਦੋਂ ਕੀ ਇੱਥੋਂ ਆਪਣਾ ਪੰਜਾਬੀ ਭਾਈਚਾਰਾ ਕੀ ਉਹਨਾਂ ਦੀ ਹੈਲਪ ਕਰਦਾ ਸੀ, ਜਾਂ ਕਿਸ ਤਰ੍ਹਾਂ ਦੀ ਕੋਈ ਬਗਾਵਤ, ਜਿਵੇਂ ਹੁਣ ਇੱਥੇ ਆਟਵਾ ਦੇ ਵਿੱਚ ਰਾਜੋਆਣਾ ਸਾਹਿਬ ਵਾਸਤੇ ਲੋਕ ਇਕੱਠੇ ਹੋ ਕੇ ਗਏ ਸੀ, ਜਾਂ ਹੋਰ ਵੀ ਹੁੰਦੇ ਨੇ, ਉਦੋਂ ਕਿਸ ਤਰ੍ਹਾਂ ਦੀ ਮੂਵਮੈਂਟ ਹੁੰਦੀ ਸੀਗੀ ਇੱਥੇ? ਹੁਣ ਤਾਂ ਜੀ ਖੈਰ ਬਹੁਤ ਵੱਡੇ ਪੱਧਰ ਤੇ ਗੁਰਵੀਰ ਜੀ ਗੱਲਾਂ ਹੋ ਰਹੀਆਂ ਨੇ। ਹੁਣ ਤਾਂ ਇਹ ਆ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਖਬਰਾਂ ਜਾਂ ਪੰਜਾਬ ਦੇ ਹਾਲਾਤਾਂ ਦਾ ਬਾਅਦ ਚ ਪਤਾ ਲੱਗਦਾ, ਸਾਨੂੰ ਇੱਥੇ ਪਹਿਲਾਂ ਪਤਾ ਲੱਗ ਜਾਂਦਾ। ਇਹ ਤਾਂ ਟੈਕਨੋਲੋਜੀ ਨੇ ਇੱਕ ਬਹੁਤ ਵੱਡਾ ਇਨਕਲਾਬ ਲੈ ਕੇ ਆਂਦਾ। ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲੇ ਟੋਰਾਂਟੋ ਦੇ ਵਿੱਚ ਮੇਰੇ ਖਿਆਲ 'ਚ ਇੱਕ ਸਾਂਝ ਸਵੇਰਾ ਅਖਬਾਰ ਹੁੰਦੀ ਸੀ, ਗੁਰਮੇਲ ਸਿੰਘ ਬਰਾੜ ਹੁਣੀ ਕਰਦੇ ਸੀ, ਤੇ ਇੱਕ ਇੱਥੇ ਪ੍ਰਦੇਸੀ ਪੰਜਾਬ ਅਖਬਾਰ ਹੁੰਦਾ ਸੀ। ਇਹ ਅਖਬਾਰ ਵੀ ਤਕਰੀਬਨ ਇੰਗਲੈਂਡ ਦਾ ਅਖਬਾਰ ਸੀਗਾ, ਉਹਨਾਂ ਦੇ ਉੱਤੇ ਦੇਸ਼ ਪ੍ਰਦੇਸ਼ ਉਹਦੇ ਉੱਤੇ ਨਿਰਭਰ ਕਰਦੇ ਹੁੰਦੇ ਸੀ। ਸੋ ਹਫ਼ਤੇ ਬਾਅਦ ਉਹ ਅਖਬਾਰ ਆਉਂਦੀ ਸੀ ਤੇ ਬਾਹਲੀਆਂ ਗੱਲਾਂ ਪਤਾ ਲੱਗਦੀਆਂ ਸੀ। ਪਰ 1978 ਤੋਂ ਲੈ ਕੇ ਹੀ ਇੱਥੇ ਵੈਸਟਰਨ ਗੁਰਦੁਆਰਾ ਸਾਹਿਬ ਸੀ ਜਾਂ ਪੇਵ ਗੁਰਦੁਆਰਾ ਸਾਹਿਬ, ਉੱਥੇ ਇਹ ਗੱਲਾਂ ਬੜੀ ਚਿੰਤਾ ਦੇ ਨਾਲ ਡਿਸਕਸ ਹੁੰਦੀਆਂ ਸਨ। ਤੇ 1984 ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਮੈਂ ਉਦੋਂ ਫਰਨੀਚਰ ਦੀ ਇੱਕ ਕੰਪਨੀ ਸੀ ਬਾ ਹਾਊਸ, ਉੱਥੇ ਉਹਦੀ ਮੈਨੇਜਮੈਂਟ ਦੇ ਵਿੱਚ ਸੁਪਰਵਾਈਜ਼ਰ ਸੀ, ਤੇ ਅਸੀਂ ਉੱਥੇ ਕੰਮ ਕਾਫੀ ਮੁੰਡੇ ਹੋਰ ਵੀ ਕੰਮ ਕਰਦੇ ਸੀਗੇ। ਕਾਫੀ ਮੁੰਡਿਆਂ ਨੂੰ ਬਹੁਤ ਜ਼ਿਆਦਾ ਨੌਲੇਜ ਸੀਗਾ ਉੱਥੇ ਦੀ ਐਜੀਟੇਸ਼ਨ ਦਾ, ਭਾਵੇਂ ਕਿ ਕਿਉਂਕਿ ਮੈਂ ਉੱਥੋਂ ਛੋਟੀ ਉਮਰ 'ਚ ਆਇਆ ਸੀਗਾ, ਮੈਂ ਨਹੀਂ ਸੀ ਬਾਹਲਾ ਉਦੋਂ ਧਿਆਨ ਦਿੰਦਾ। ਪਰ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਇੱਕਦਮ ਸਾਰੇ ਲੋਕ ਜਿਹੜੇ ਡਜ਼ਨਟ ਮੈਟਰ ਹੂ ਦੇ ਵਰ, ਉਹ ਕਰਲਾ ਉੱਠੇ ਸੀ ਕਿ ਵੀ ਇਹ ਸਾਡੇ ਨਾਲ ਕਿਉਂ ਹੋਇਆ, ਕਿਉਂਕਿ ਕਿਸੇ ਨੂੰ ਇਹ ਗੱਲ ਸਮਝ ਨਹੀਂ ਸੀ ਆਉਂਦੀ ਵੀ ਯਾਰ ਐਜੀਟੇਸ਼ਨ ਆ, ਲੋਕ ਲੜਦੇ ਰਹਿੰਦੇ ਆਪਸ ਵਿੱਚ, ਰਾਜਨੀਤਿਕ ਲੋਕ ਲੜਦੇ ਰਹਿੰਦੇ, ਪਰ ਦਰਬਾਰ ਸਾਹਿਬ ਤੇ ਅਟੈਕ, ਇਹ ਗੱਲ ਕਿਸੇ ਨੂੰ ਸਮਝ, ਭਾਵੇਂ ਕਿ ਅੱਜ ਵੀ ਨਹੀਂ ਆ ਰਹੀ ਸਮਝ ਇਹ ਗੱਲ, ਪਰ ਉਦੋਂ ਤਾਂ ਬਿਲਕੁਲ ਹੀ ਵੀ ਵਰ ਸ਼ੈਟਰਡ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਦਰਬਾਰ ਸਾਹਿਬ 'ਚ ਜਿੰਨੇ ਵੀ ਸ਼ਹੀਦ ਹੋਏ ਲੋਕ ਸੀ, ਭਾਵੇਂ ਕਿ ਉਦੋਂ ਕੋਈ ਨਹੀਂ ਸੀ ਪਤਾ ਕੌਣ ਸ਼ਹੀਦ ਹੋਇਆ ਕੌਣ ਨਹੀਂ ਹੋਇਆ, ਪਰ ਸਮੂਹਕ ਤੌਰ ਤੇ ਜਿਹੜਾ ਪਹਿਲਾ ਅਖੰਡ ਪਾਠ ਸੀ ਉਹ ਵੈਸਟਰਨ ਰੋਡ ਗੁਰਦੁਆਰਾ ਸਾਹਿਬ ਵਿਖੇ ਸਾਡੀ ਫਰਨੀਚਰ ਦੀ ਕੰਪਨੀ ਆ ਜਿਹੜੀ, ਉਹਦੇ ਵਰਕਰਾਂ ਨੇ ਕਰਵਾਇਆ ਸੀਗਾ, ਮੈਨੂੰ ਅੱਜ ਵੀ ਯਾਦ ਆ। ਤੇ ਅਸੀਂ ਉੱਥੇ ਅਖੰਡ ਪਾਠ ਸਾਹਿਬ ਦਾ ਪਾਠ ਵੀ ਸੁਣਦੇ ਆ ਨਾ, ਨਾਲ ਰੋਈ ਵੀ ਜਾਂਦੇ ਸੀਗੇ ਸਾਰੇ। ਇਹ ਨਹੀਂ ਹੈ ਵੀ ਅਸੀਂ ਕੋਈ ਉਹ ਕਰਾਇਆ ਸੀਗਾ ਤੇ ਉੱਦਾਂ ਜਾ ਕੇ ਮੱਥਾ ਟੇਕ ਆਉਂਦੇ ਸੀ। ਐਕਚੁਅਲੀ ਵੀ ਵਰ ਸੋ ਬ੍ਰੋਕਨ ਅਪ ਇਨ ਪੀਸਸ, ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਅਸੀਂ ਕੀ ਕਰਦੇ ਆ। ਉੱਥੋਂ ਫਿਰ ਹੌਲੀ ਹੌਲੀ ਆਬਵੀਅਸਲੀ ਆਰਗੇਨਾਈਜ਼ ਹੁੰਦੇ ਸ਼ੁਰੂ ਹੋਏ, ਉਹ ਆਰਗੇਨਾਈਜੇਸ਼ਨਸ ਬਣੀਆਂ, ਇੱਥੇ ਆਰਗੇਨਾਈਜੇਸ਼ਨਸ ਬਣੀਆਂ ਸ਼ੁਰੂ ਹੋਈਆਂ, ਐਜੀਟੇਸ਼ਨਾਂ ਹੋਈਆਂ, ਕਿਉਂਕਿ ਜਿੰਨੇ ਬੰਦੇ ਆਰਗੇਨਾਈਜੇਸ਼ਨ ਜਿਨ੍ਹਾਂ ਮੁੰਡਿਆਂ ਨੇ ਬਣਾਈਆਂ ਸੀ, ਉਹ ਨਾਲੇ ਆਰਗੇਨਾਈਜੇਸ਼ਨ ਬਣਾ ਰਹੇ ਸੀ, ਨਾਲੇ ਚਲਾਉਣੀ ਸਿੱਖ ਰਹੇ ਸੀ, ਪਤਾ ਕਿਸੇ ਨੂੰ ਕੁਝ ਨਹੀਂ ਸੀ, ਟੂ ਬੀ ਵੈਰੀ ਫਰੈਂਕ ਹੈ। ਤੇ ਉਦੋਂ ਹੀ ਫਿਰ ਲੋੜ ਮਹਿਸੂਸ ਹੋਈ ਕਿ ਇੱਥੇ ਦਾ ਜਿਹੜਾ ਰਾਜਨੀਤਿਕ ਪਲੇਟਫਾਰਮ ਆ ਉਹਨਾਂ ਦੇ ਵਿੱਚ ਪੈਨੀਟਰੇਟ ਕੀਤਾ ਜਾਏ, ਐਂਡ ਦੈਟਸ ਆਈ ਥਿੰਕ ਦੈਟਸ ਵਨ ਇਟਸ ਆਲ ਸਟਾਰਟਡ। ਸੋ ਉਦੋਂ ਤੁਸੀਂ ਕਦੇ ਮਤਲਬ ਕਿ ਚਲੋ ਤੁਸੀਂ ਉਦੋਂ ਯੰਗ ਏਜ ਸੀਗੇ, ਜਾਂ ਕੋਈ ਹੋਰ ਰਾਜਨੀਤਿਕ ਲੋਕ ਉਦੋਂ ਇਸ ਗੱਲ ਬਾਰੇ ਕਿੰਨੇ ਕੁ ਚਿੰਤਤ ਸੀ? ਜਿਵੇਂ ਹੁਣ ਅੱਜ ਕੱਲ੍ਹ ਆਪਾਂ ਲਿਬਰਲ ਦਾ ਫੜ ਲਓ, ਪੀਸੀ ਪਾਰਟੀ ਦਾ ਫੜ ਲਓ, NDP ਦੇ ਲੋਕ ਆਪਣੇ ਬੰਦੇ ਵਿੱਚ ਜਾ ਚੁੱਕੇ ਨੇ। ਉਦੋਂ ਦਾ ਮੇਰੇ ਖਿਆਲ ਦੇ ਵਿੱਚ ਕੋਈ ਮਿਨਿਸਟਰ, ਕੋਈ MP ਜਾਂ ਕਾਉਂਸਲਰ ਆਪਣਾ ਹੁੰਦਾ ਸੀਗਾ, ਜੇ ਕੋਈ ਜਾਂ ਕੋਈ ਗੋਰਾ ਤੁਹਾਡੀ ਕੋਈ ਤੁਸੀਂ ਕਿਸੇ ਤੱਕ ਅਪਰੋਚ ਕੀਤੀ ਹੋਵੇ ਇਸ ਬਾਰੇ, ਜਾਂ ਕਿਸੇ ਨੇ ਤੁਹਾਡੀ ਹੈਲਪ ਕੀਤੀ ਹੋਵੇ? ਬਹੁਤ ਘੱਟ ਸੀਗੇ। ਮੈਨੂੰ ਮੇਰੇ ਜ਼ਿਹਨ ਦੇ ਵਿੱਚ ਰਾਈਟ ਵੇ ਕੁਛ ਆ ਨਹੀਂ ਰਿਹਾ ਇਸ ਵਕਤ। ਸ਼ਾਇਦ BC ਦੇ ਵਿੱਚ ਕੋਈ ਨਾ ਕੋਈ ਇਲੈਕਟਡ ਅਫੀਸ਼ੀਅਲ ਹੋਏ ਆਪਣਾ, ਓਨਟਾਰੀਓ ਦੇ ਵਿੱਚ ਤਾਂ ਆਪਣਾ ਕੋਈ ਇਲੈਕਟਡ ਅਫੀਸ਼ੀਅਲ ਨਹੀਂ ਸੀਗਾ। ਇੱਥੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਲਿਬਰਲ ਦੇ ਵਿੱਚ ਆ ਕੇ ਮੈਂਬਰ ਪਾਰਲੀਮੈਂਟ ਬਣਨ ਦੀ ਕੋਸ਼ਿਸ਼ ਕੀਤੀ ਤਾਂ ਗੁਰਜੀਤ ਸਿੰਘ ਗਰੇਵਾਲ ਆ, ਜਿਹੜੇ ਅੱਜ ਮੇਅਰ ਲਈ ਵੀ ਉਮੀਦਵਾਰ ਨੇ। ਇਹ ਪਾਇਨੀਅਰ ਬੰਦੇ ਆ ਜਿਨ੍ਹਾਂ ਨੇ ਇਹ ਗੱਲਾਂ ਸਾਰੀਆਂ ਸ਼ੁਰੂ ਕੀਤੀਆਂ ਸੀਗੀਆਂ, ਜਿਨ੍ਹਾਂ ਨੇ ਤਕਰੀਬਨ ਦਰਵਾਜ਼ੇ ਖੋਲ੍ਹੇ। ਉਸ ਤੋਂ ਬਾਅਦ ਗੁਰਬਖਸ਼ ਸਿੰਘ ਮੱਲੀ ਹੋ ਰਹੀ, ਇੰਦਰਜੀਤ ਸਿੰਘ ਬੱਲ ਹੋ ਰਹੀ, ਇਹਨਾਂ ਨੇ ਸਾਰਿਆਂ ਨੇ ਕੋਸ਼ਿਸ਼ਾਂ ਕੀਤੀਆਂ। ਜਿੱਥੋਂ ਤੱਕ ਹੈਗਾ ਵੀ ਸਾਡੇ ਦਰਦ ਦੀ ਕਿਸੇ ਨੇ ਗੱਲ ਕੀਤੀ, ਮੈਨੂੰ ਲੱਗਿਆ ਨਹੀਂ ਵੀ ਉਹਨਾਂ ਤੱਕ ਸਾਡੇ ਦਰਦ ਦੀ ਆਟਵਾ ਦੇ ਵਿੱਚ ਜਾਂ ਕੁਈਨਸ ਪਾਰਕ ਦੇ ਵਿੱਚ ਗੱਲ ਹੋਈ ਹੈ, ਜਿੰਨਾ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਨਹੀਂ ਲੱਗਿਆ ਵੀ ਇਹ ਬੰਦੇ ਪੋਲੀਟੀਕਲੀ ਐਕਟਿਵ ਹੋ ਗਏ ਆ। ਹੁਣ ਵੀ ਹੈਵ, ਸਾਨੂੰ ਕੋਈ ਚਾਰਾ ਨਹੀਂ ਹੈਗਾ ਅਸੀਂ ਇਹਨਾਂ ਦੀ ਗੱਲ ਕਰੀਏ, ਪਰ ਹੋਣਾ ਵੀ ਇਦਾਂ ਹੀ ਚਾਹੀਦਾ। ਜੇ ਤੁਸੀਂ ਪੋਲੀਟੀਕਲੀ ਐਕਟਿਵ ਨਹੀਂ ਹੈਗੇ ਤਾਂ ਤੁਸੀਂ ਸਿਸਟਮ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ, ਤਾਂ ਫਿਰ ਸਿਸਟਮ ਵੀ ਤੁਹਾਡੇ ਲਈ ਉਹਨਾਂ ਕੀ ਕੰਮ ਕਰੂਗਾ ਨਾ। ਤੇ ਆਬਵੀਅਸਲੀ ਮੀਡੀਆ ਤਾਂ ਬਹੁਤ ਥੋੜਾ ਸੀ, ਤੇ ਮੇਰੇ ਮੀਡੀਆ ਦੇ ਵਿੱਚ ਆਉਣ ਦਾ ਕਾਰਨ ਵੀ ਦਰਬਾਰ ਸਾਹਿਬ ਦੇ ਉੱਤੇ ਉਹ ਫੌਜੀ ਹਮਲਾ ਹੀ ਆ, ਕਿਉਂਕਿ ਅਸੀਂ ਉਦੋਂ ਦੇਖਿਆ ਕਿ
ਜਿਹੜਾ ਇੱਥੇ ਰੇਡੀਓ ਟੀਵੀ ਉਦੋਂ ਚੱਲਦੇ ਸੀ ਮਾੜੇ ਮੋਟੇ ਜੀ। ਉਹਨਾਂ ਨੇ ਜ਼ਿਕਰ ਤੱਕ ਨਹੀਂ ਕੀਤਾ। ਇੱਕ ਇਕਬਾਲ ਸਿੰਘ ਮਾਲ ਆ ਜਿਨ੍ਹਾਂ ਦਾ ਇੱਕ ਰੇਡੀਓ ਚੱਲਦਾ ਹੁੰਦਾ ਸੀ ਉਦੋਂ, ਤੇ ਉਹਨਾਂ ਨੇ ਉਦੋਂ ਸੰਤ ਜਰਨੈਲ ਸਿੰਘ ਹੋਰਾਂ ਦੀਆਂ ਸੀਡੀਜ਼ ਪਲੇ ਕੀਤੀਆਂ। ਉਸ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ। ਤੇ ਅਸੀਂ ਉਹ ਫਿਰ ਫੈਕਟਰੀ 'ਚ ਕੰਮ ਕਰਦੇ ਸੀਗੇ। ਜੀ। ਉਹ ਲੰਚ ਟਾਈਮ ਤੇ ਮੁੰਡੇ ਕਹਿੰਦੇ ਯਾਰ ਵੀ ਆਪਾਂ ਕੁਝ ਕਰੀਏ। ਦੈਟਸ ਹਾਊ ਵੀ ਸਟਾਰਟਡ। ਤੇ ਅਸੀਂ ਆਖਿਆ ਵੀ ਆਪਣਾ ਕੰਮ ਆਪ ਨੂੰ ਹੀ ਕਰਨਾ ਪੈਣਾ। ਤੇ ਫਿਰ ਕੁਦਰਤੀ ਗੱਲ ਆ ਵੀ ਉਹ ਕੰਮ ਜਦੋਂ ਫਿਰ ਕੀਤਾ ਤਾਂ ਫਿਰ ਮੈਂ ਉਸ ਕੰਮ ਦੇ ਵਿੱਚ ਜੁੜ ਹੀ ਗਿਆ ਉਹਦੇ ਨਾਲ। ਮੈਨੂੰ ਲੱਗਿਆ ਵੀ ਜੇ ਮੇਰੇ ਤੇ ਗੁਰੂ ਦੀ ਮਿਹਰ ਆ, ਗੱਲ ਕਰਨ ਦੀ ਤੌਫੀਕ ਆ, ਤਾਂ ਫਿਰ ਮੈਨੂੰ ਇਸਤੇਮਾਲ ਕਰਨੀ ਚਾਹੀਦੀ ਆ ਆਪਣੀ ਕੌਮ ਦੀ ਆਵਾਜ਼ ਉਠਾਉਣ ਦੀ ਖਾਤਰ। ਤੇ ਜਿਉਂ-ਜਿਉਂ ਫਿਰ ਅਪਰਚੂਨਿਟੀਜ਼ ਆਉਂਦੀਆਂ ਗਈਆਂ ਤਿਉਂ ਤੋਂ ਮੈਂ ਅਵੇਲ ਕਰਦਾ ਰਿਹਾ। ਜੀ। ਸੋ ਦੋਸਤੋ, ਅਗਲੀ ਜਿਹੜੀ ਗੱਲਬਾਤ ਆਪਾਂ ਇਸ ਗੀਤ ਤੋਂ ਬਾਅਦ ਫਿਰ ਸੁਣਦੇ ਹਾਂ। ਕੰਮਕਾਰ ਸਿੱਖਦੇ ਆ ਫੱਟੇ ਫੁੱਟੇ ਖਿੱਚਦੇ ਆ, ਕੰਮਕਾਰ ਸਿੱਖਦੇ ਆ ਫੱਟੇ ਫੁੱਟੇ ਖਿੱਚਦੇ ਆ, ਜਾਗਦੇ ਆ ਹਲੇ ਨੀਂਦਾਂ ਕੱਚੀਆਂ, ਜਾਗਦੇ ਆ ਹਲੇ ਨੀਂਦਾਂ ਕੱਚੀਆਂ। ਨਵੇਂ ਨਵੇਂ ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ। ਨਵੇਂ ਨਵੇਂ ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ। ਅਸੀਂ ਹੌਲੀ ਹੌਲੀ ਕਰਾਂਗੇ ਤਰੱਕੀਆਂ, ਹਾਂ ਹੌਲੀ ਹੌਲੀ ਕਰਾਂਗੇ ਤਰੱਕੀਆਂ। ਇੰਨੀਆਂ ਕਮਾਈਆਂ ਨਾਲ ਕਰਜ਼ੇ ਨੂੰ ਲਾਵਾਂਗੇ, ਤੇਰੇ ਅਸੀਂ ਲਿਮੋਜਿਨ ਘਰ ਦੀ ਲਿਆਵਾਂਗੇ ਵੀ ਆਪਣੀ ਲਿਆਵਾਂਗੇ। ਪਹਿਲੀਆਂ ਕਮਾਈਆਂ ਨਾਲ ਕਰਜ਼ੇ ਨੂੰ ਲਾਵਾਂਗੇ, ਤੇਰੇ ਅਸੀਂ ਲਿਮੋਜਿਨ ਆਪਣੀ ਲਿਆਵਾਂਗੇ। ਕੰਮਕਾਰ ਬੇਸ਼ੱਕ ਛੋਟੇ ਨੇ, ਨੀਤਾਂ ਅਸੀਂ ਵੱਡੀਆਂ ਹੀ ਰੱਖੀਆਂ। ਨਵੇਂ ਨਵੇਂ ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ। ਨਵੇਂ ਨਵੇਂ ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ। ਅਸੀਂ ਹੌਲੀ ਹੌਲੀ ਕਰਾਂਗੇ ਤਰੱਕੀਆਂ, ਹਾਂ ਹੌਲੀ ਹੌਲੀ ਕਰਾਂਗੇ ਤਰੱਕੀਆਂ। ਪਿੰਡ ਛੱਡ ਆਇਆ ਓ ਪੰਜਾਬ ਤੋਂ ਲਿਆਇਆ, ਯਾਦਾਂ ਵਾਲੀ ਮਿੱਠੀ ਖੁਸ਼ਬੂ ਨੀ, ਯਾਦਾਂ ਵਾਲੀ ਮਿੱਠੀ ਖੁਸ਼ਬੂ ਨੀ। ਰੱਬ ਜਿਹੇ ਯਾਰ ਚੇਤੇ